ਵੀਲ ਦੇ ਨਾਲ ਕਿੰਨਾ ਕੁ ਨਾਲ ਲੱਗਣਾ ਆ, ਉਹਦੇ ਜਿਹੜੀ ਸਤ੍ਹਾ ਆ ਉਹ ਕਿੰਨੇ ਕੁ ਉਹਦੇ ਨਾਲ ਟੱਚ ਹੋਣੀ ਆ, ਉਸ ਹਿਸਾਬ ਦੇ ਨਾਲ ਵੀ ਜਿਹੜਾ ਆ ਉਹਦੀ ਸਿਲੈਕਸ਼ਨ ਕੀਤੀ ਜਾਂਦੀ ਆ। ਵੈਨ ਦਾ ਏਰੀਆ ਆਫ ਕੰਟੈਕਟ ਇਜ਼ ਮੋਰ a soft grade and coarse grain wheel is to be selected। ਜੇ ਸਾਡਾ ਏਰੀਆ ਜਿਹੜਾ ਹੈਗਾ ਆ ਜ਼ਿਆਦਾ ਕੰਟੈਕਟ ਦੇ ਵਿੱਚ ਆਉਣਾ, ਫਿਰ ਅਸੀਂ ਜਿਹੜਾ ਸੌਫਟ ਗ੍ਰੇਡ ਦਾ ਤੇ ਕੋਰਸ ਗ੍ਰੇਨ ਵੀਲ ਜਿਹੜਾ ਆ ਉਹ ਸਿਲੈਕਟ ਕੀਤਾ ਜਾਂਦਾ ਆ। ਸੌਫਟ ਗ੍ਰੇਡ ਤੇ ਕੋਰਸ ਗ੍ਰੇਨ ਵੀਲ ਸਿਲੈਕਟ ਕੀਤਾ ਜਾਂਦਾ ਜੇ ਏਰੀਆ ਅਸੀਂ ਜ਼ਿਆਦਾ ਕਵਰ ਕਰਨਾ ਹੋਵੇ, ਜੇ ਏਰੀਆ ਨਾਲ ਜ਼ਿਆਦਾ ਟੱਚ ਕਰਦਾ ਆ ਤਾਂ। ਫਾਰ ਲੈਸ ਏਰੀਆ ਕੰਟੈਕਟ, ਜੇ ਲੈਸ ਏਰੀਆ ਕਰਦਾ ਆ, ਘੱਟ ਏਰੀਆ ਕੰਟੈਕਟ ਦੇ ਵਿੱਚ ਆਉਂਦਾ ਆ ਵੀਲ ਦੇ, ਫਿਰ ਅਸੀਂ ਕੀ ਕਰਨਾ ਆ, ਸਿਲੈਕਟ ਹਾਰਡ ਗ੍ਰੇਡ ਐਂਡ ਫਾਈਨ ਗ੍ਰੇਨ ਵੀਲ। ਫਿਰ ਅਸੀਂ ਉੱਥੇ ਜਿਹੜਾ ਆ ਉਹ ਹਾਰਡ ਗ੍ਰੇਡ ਦਾ ਤੇ ਫਾਈਨ ਗ੍ਰੇਨ ਦਾ ਜਿਹੜਾ ਵੀਲ ਆ ਉਹਨੂੰ ਅਸੀਂ ਸਿਲੈਕਟ ਕਰਨਾ ਆ। ਇਹ ਧਿਆਨ ਰੱਖਣ ਦੇ ਵਿੱਚ ਗੱਲਾਂ ਹੈਗੀਆਂ। ਪੰਜਵਾਂ ਨੰਬਰ ਹੁਣ ਜਿਹੜਾ ਅੱਗੇ ਮੈਂ ਬਣਾਇਆ ਹੈਗਾ ਆ ਉਹ ਹੈਗਾ ਆ ਟਾਈਪ ਆਫ ਗ੍ਰਾਈਂਡਿੰਗ ਆਪਰੇਸ਼ਨ। ਜਿਹੜਾ ਗ੍ਰਾਈਂਡਿੰਗ ਆਪਰੇਸ਼ਨ ਵਾ ਉਹ ਕਿਹੋ ਜਿਹਾ ਹੈਗਾ, ਉਹ ਕਿਹੜੇ ਕਿਸਮ ਦਾ ਹੈਗਾ। ਦਾ ਵੀਲ ਸ਼ੇਪ ਐਂਡ ਸਾਈਜ਼ ਆਰ ਟੂ ਬੀ ਸਿਲੈਕਟਡ ਔਨ ਬੇਸਿਸ ਆਫ ਦਾ ਗ੍ਰਾਈਂਡਿੰਗ ਆਪਰੇਸ਼ਨ ਸੱਚ ਐਜ਼ ਸਰਫੇਸ ਸਿਲੰਡਰੀਕਲ ਔਰ ਟੂਲ ਗ੍ਰਾਈਂਡਿੰਗ। ਯਾਨੀ ਕਿ ਜਿਹੜਾ ਵੀਲ ਦੀ ਸ਼ੇਪ ਆ ਤਾਂ ਉਹਦਾ ਸਾਈਜ਼ ਆ ਉਹ ਇਹਨੂੰ ਦੇਖ ਕੇ ਵੀ ਸਿਲੈਕਟ ਕੀਤਾ ਜਾਂਦਾ ਆ ਕਿ ਜਿਹੜੀ ਅਸੀਂ ਰਗੜਾਈ ਕਰਨੀ ਆ, ਜਿਹੜਾ ਅਸੀਂ ਆਪਰੇਸ਼ਨ ਕਰਨਾ ਆ ਉਹ ਕਿੱਦਾਂ ਦਾ ਹੈਗਾ ਆ। ਉਹ ਅਸੀਂ ਸਰਫੇਸ ਕਰਨੀ ਆ ਜਾਂ ਸਿਲੰਡਰੀਕਲ ਜਿਹੜੀ ਜੋਬ ਕਰਨੀ ਆ ਅਸੀਂ ਉਹਨੂੰ ਕਰਨਾ ਹੈਗਾ ਆ, ਜਾਂ ਅਸੀਂ ਟੂਲ ਗ੍ਰਾਈਂਡਿੰਗ ਕਰਨਾ ਆ। ਇਹ ਦੇਖ ਕੇ ਵੀ ਜਿਹੜਾ ਆ ਅਸੀਂ ਉਹਨੂੰ ਵੀਲ ਨੂੰ ਸਿਲੈਕਟ ਕਰਦੇ ਆ, ਉਹਦੇ ਵੀਲ ਨੂੰ ਸਿਲੈਕਟ ਕਰਦੇ, ਯਾਨੀ ਕਿ ਵੀਲ ਦੀ ਸ਼ੇਪ ਤੇ ਉਹਦਾ ਸਾਈਜ਼ ਜਿਹੜਾ ਆ ਉਹ ਸਿਲੈਕਟ ਕਰਦੇ ਆ। ਨੈਕਸਟ ਆ ਗਿਆ 6ਵਾਂ ਨੰਬਰ, ਦਾ ਟਾਈਪ ਐਂਡ ਕੰਡੀਸ਼ਨ ਆਫ ਦੀ ਮਸ਼ੀਨ। ਹੁਣ ਦੇਖੋ ਇੱਥੇ ਜਿਹੜੀ ਆ ਇਹ 6ਵਾਂ ਨੰਬਰ ਮੈਂ ਬਣਾਇਆ ਹੋਇਆ ਟਾਈਪ ਤੇ ਕੰਡੀਸ਼ਨ ਆਫ ਦੀ ਮਸ਼ੀਨ। ਇਹ ਫੈਕਟਰ ਵੀ ਪ੍ਰਭਾਵਿਤ ਕਰਦਾ ਆ, ਪਰ ਨਾਲ ਹੀ ਇੱਥੇ ਇਹ ਵੀ ਹੈ ਕਿ ਜਿਹੜੀ ਕੰਡੀਸ਼ਨ ਹੈ ਮਸ਼ੀਨ ਦੀ ਉਹ ਗ੍ਰਾਈਂਡਿੰਗ ਦੇ ਲਈ ਅੱਛੀ ਹੀ ਹੋਣੀ ਚਾਹੀਦੀ ਆ, ਵਧੀਆ ਹੀ ਹੋਣੀ ਚਾਹੀਦੀ ਆ, ਕਿਉਂਕਿ ਗ੍ਰਾਈਂਡਿੰਗ ਆਪਰੇਸ਼ਨ ਜਿਹੜੇ ਹੈਗੇ ਆ ਜਾਂ ਗ੍ਰਾਈਂਡਰ ਵੀਲ ਹੈਗਾ ਆ ਇਹ ਸਪੀਡ ਦੇ ਨਾਲ ਘੁੰਮਦੇ ਆ, ਇਹ ਐਕਸੀਡੈਂਟ ਦੇ ਸਕਦੇ ਆ, ਨੁਕਸਾਨ ਕਰ ਸਕਦੇ ਆ। ਇੱਥੇ ਇਹ ਧਿਆਨ ਰੱਖਣ ਵਾਲਾ ਆ, ਇਹ ਨਹੀਂਗਾ ਕਿ ਸਾਡੀ ਮਸ਼ੀਨ ਬਿਲਕੁਲ ਮਾੜੀ ਆ ਤਾਂ ਅਸੀਂ ਉਹਦੇ ਤੇ ਉਹ ਵਾਈਬ੍ਰੇਸ਼ਨਾਂ ਕਰਦੀ ਆ, ਬੈਰਿੰਗ ਉਹਦੇ ਗਏ ਹੋਏ ਆ ਤਾਂ ਅਸੀਂ ਉਹਦੇ ਤੇ ਟੂਲ ਧਾਰਨਾ ਲਾਉਣ ਲਾ ਦਈਏ, ਇਹ ਨਹੀਂ ਹੁੰਦਾ। ਸਿਰਫ ਇੱਕ ਹੈ ਕਿ ਕੰਡੀਸ਼ਨ ਅਸੀਂ ਦੇਖਦੇ ਆ। ਉੱਦਾਂ ਆਮ ਕਈ ਜਗ੍ਹਾ ਤੇ ਜਿੱਥੇ ਹੈਗੀ ਆ ਕਿ ਕੰਡੀਸ਼ਨ ਸਾਡੀ ਕਿਹੋ ਜਿਹੀ ਆ, ਜਿਵੇਂ ਸਾਡੀ ਮਸ਼ੀਨ ਜਿਹੜੀ ਆ ਪੁਰਾਣੀ ਹੋ ਗਈ ਆ ਜਾਂ ਸਾਡੀ ਮਸ਼ੀਨ ਨਵੀਂ ਆ, ਉਹ ਦੇਖ ਕੇ ਵੀ ਅਸੀਂ ਜਿਹੜੀ ਆ ਉਹਨੂੰ ਅਸੀਂ ਸਿਲੈਕਟ ਕਰ ਸਕਦੇ ਆ। ਸੋ ਫਾਰ ਰਿਜਿਡ ਐਂਡ ਨਿਊ ਮਸ਼ੀਨ, ਜਿਹੜੀ ਮਜ਼ਬੂਤ ਆ ਮਸ਼ੀਨ ਤੇ ਨਵੀਂ ਮਸ਼ੀਨ ਵਾ, ਸਿਲੈਕਟ ਏ ਸੌਫਟ ਗ੍ਰੇਡ ਐਂਡ ਓਪਨ ਸਟਰਕਚਰ ਵੀਲ। ਯਾਨੀ ਕਿ ਜੇ ਤੁਹਾਡੀ ਮਸ਼ੀਨ ਭਾਰੀ ਹੈਗੀ ਆ, ਮਜ਼ਬੂਤ ਹੈਗੀ ਆ ਤਾਂ ਉਹ ਜਾਂ ਨਵੀਂ ਹੈਗੀ ਆ, ਉਹਦੇ ਲਈ ਅਸੀਂ ਸੌਫਟ ਗ੍ਰੇਡ ਦਾ ਤੇ ਓਪਨ ਸਟਰਕਚਰ ਦਾ ਵੀਲ ਜਿਹੜਾ ਆ ਉਹ ਯੂਜ਼ ਕਰ ਸਕਦੇ ਆ, ਕਿਉਂਕਿ ਇਹਦੇ ਵਿੱਚ ਕੀ ਆ, ਇਹਦੇ ਨਾਲ ਕੀ ਆ, ਉਹਦੇ 'ਚ ਨਵੇਂ ਮਸ਼ੀਨ ਤੇ ਜਾਂ ਜਿਹੜੀ ਮਜ਼ਬੂਤ ਹੈਗੀ ਆ ਉਹਦੇ ਤੇ ਝਟਕੇ ਨਹੀਂ ਜ਼ਿਆਦਾ ਪੈਂਦੇ, ਇਸ ਕਰਕੇ ਉੱਥੇ ਸੌਫਟ ਗ੍ਰੇਡ ਦਾ ਅਸੀਂ ਵੀਲ ਜਿਹੜਾ ਆ ਉਹ ਯੂਜ਼ ਕਰ ਸਕਦੇ ਆ। ਫਾਰ ਲਾਈਟ ਐਂਡ ਓਲਡ ਮਸ਼ੀਨਸ, ਜਿਹੜੀਆਂ ਹਲਕੀਆਂ ਆ, ਪੁਰਾਣੀਆਂ ਹੋ ਗਈਆਂ ਆ, ਠੀਕ ਹੈ ਜੀ, ਤੇ ਉਹਦੇ ਵਿੱਚ ਜਿਹੜੀ ਆ ਸਿਲੈਕਟ ਏ ਹਾਰਡ ਗ੍ਰੇਡ ਐਂਡ ਡੈਂਸ ਸਟਰਕਚਰ ਮੀਨ, ਉੱਥੇ ਜਿਹੜਾ ਆ ਅਸੀਂ ਸਿਲੈਕਟ ਕਰਨਾ ਆ ਹਾਰਡ ਗ੍ਰੇਡ ਦਾ ਤੇ ਡੈਂਸ ਸਟਰਕਚਰ ਦਾ, ਯਾਨੀ ਕਿ ਸੰਘਣਾ ਜਿਹੜਾ ਆ ਉਹਦੇ 'ਚ ਦਾਣੇ ਜਿਹੜੇ ਨੇੜੇ ਗ੍ਰੇਨ ਜਿਹੜੇ ਆ ਉਹਦੇ ਅਗਰੈਸਿਵ ਗ੍ਰੇਨ ਉਹ ਨੇੜੇ ਹੋਏਗਾ, ਡੈਂਸ ਸਟਰਕਚਰ ਹੋਏਗੀ, ਉਹ ਅਸੀਂ ਜਿਹੜਾ ਆ ਉਹ ਸਿਲੈਕਟ ਕਰਨਾ ਆ ਲਾਈਟ ਤੇ ਪੁਰਾਣੀ ਮਸ਼ੀਨਾਂ ਤੇ, ਤਾਂ ਕਿ ਸਾਨੂੰ ਜਿਹੜਾ ਆ ਉਹਦੇ ਨਾਲ ਉਹ ਵਾਈਬ੍ਰੇਸ਼ਨ ਜਾਂ ਕੋਈ ਪ੍ਰੋਬਲਮ ਆਉਣ ਨਾ ਸਾਡਾ ਜਿਹੜਾ ਆ ਉਹ ਵੀਲ ਟੁੱਟੇ ਨਾ ਜਾਂ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ। ਸੋ ਇਹ ਸੀਗੀਆਂ ਜਿਹੜੀਆਂ 6 ਕੰਡੀਸ਼ਨਾਂ ਇਹਦੇ ਵਾਸਤੇ। ਤੋਂ ਅਗਲਾ ਜਿਹੜਾ ਹੈਗਾ ਆ ਦਾ ਵੀਲ ਆਫ ਸਪੀਡ, ਦਾ ਵੀਲ ਸਪੀਡ, ਠੀਕ ਹੈ ਜੀ। ਵੀਲ ਦੀ ਜਿਹੜੀ ਸਪੀਡ ਹੈਗੀ ਆ ਉਹ ਕਿੰਨੀ, ਅਗਲਾ ਜਿਹੜਾ ਹੈਗਾ ਆ ਦਾ ਵੀਲ ਸਪੀਡ। ਸੋ ਵੀਲ ਦੀ ਸਪੀਡ ਜਿਹੜੀ ਆ ਉਹ ਕਿੰਨੀ ਹੈਗੀ ਆ, ਉਹ ਸਾਨੂੰ ਕਿੰਨੇ ਤੇ ਅਸੀਂ ਸਪੀਡ ਤੇ ਚਲਾਉਣਾ ਆ, ਕਿਉਂਕਿ ਜਦੋਂ ਜਿਹੜਾ ਇੰਡਸਟਰੀ ਦੇ ਵਿੱਚ ਜਾਂ ਕਿਤੇ ਯੂਜ਼ ਕਰਦੇ ਆ ਤਾਂ ਵਰਕਰ ਕਈ ਵਾਰੀ ਕੀ ਕਰਦੇ ਆ, ਉਹਨਾਂ ਨਾਲ ਵੱਧ ਮਟੀਰੀਅਲ ਕੱਟਣਾ ਹੁੰਦਾ,
ਤੇ ਉਹ ਜਾਂ ਪ੍ਰੋਡਕਸ਼ਨ ਜ਼ਿਆਦਾ ਲੈਣੀ ਹੁੰਦੀ ਤਾਂ ਉਹ ਫਿਰ ਕੀ ਕਰਦੇ ਆ, ਸਪੀਡ ਤੇ ਚਲਾਉਂਦੇ ਆ ਉਹਨੂੰ। ਸਪੀਡ ਤੇ ਚਲਾਉਣ ਨਾਲ ਕੀ ਆ, ਤੇਜ਼ੀ ਨਾਲ ਮਟੀਰੀਅਲ ਕੱਟਿਆ ਜਾਂਦਾ। ਅੱਜ ਕੱਲ੍ਹ ਜਿਹੜਾ ਬਹੁਤ ਇੰਡਸਟਰੀਆਂ ਦੇ ਵਿੱਚ ਅੱਗੇ ਕੰਟਰੈਕਟ ਤੇ ਦਿੱਤਾ ਹੁੰਦਾ, ਠੇਕੇ ਤੇ ਦਿੱਤਾ ਆ ਹੁੰਦਾ। ਸੋ ਇਸ ਤਰੀਕੇ ਦੇ ਨਾਲ ਵਰਕਰ ਵੀ ਚਾਹੁੰਦਾ ਆ ਕਿ ਮੇਰੀ ਮਸ਼ੀਨ ਜਿਹੜੀ ਆ ਜ਼ਿਆਦਾ ਤੇਜ਼ੀ ਨਾਲ ਚੱਲੇ, ਮੇਰਾ ਜ਼ਿਆਦਾ ਮਟੀਰੀਅਲ ਮੈਂ ਕੱਟ ਪਾਵਾਂ, ਤੇ ਕੰਪਨੀ ਵੀ ਚਾਹੁੰਦੀ ਹੁੰਦੀ ਆ ਕਿ ਪ੍ਰੋਡਕਸ਼ਨ ਮੇਰੀ ਵੱਧ ਜਾਵੇ। ਸੋ ਉਸ ਤਰੀਕੇ ਦੇ ਨਾਲ ਜਿਹੜੀ ਆ ਉਹ ਜਿਹੜੀ ਕੰਪਨੀ ਹੈਗੀ ਆ ਜਿਹਨ ਵੀਲ ਤਿਆਰ ਕਰਨਾ ਆ, ਉਹਨੂੰ ਦੇਖ ਕੇ ਵੀਲ ਨੂੰ ਜਿਹੜਾ ਆ ਉਸ ਤਰੀਕੇ ਦੇ ਉਹਦਾ ਅਬਰੈਸਿਵ ਜਾਂ ਉਹਦਾ ਵੀਲ ਜਿਹੜਾ ਆ ਉਹ ਬਣਾ ਦਿੰਦੀ ਆ, ਤੇ ਉਹਨਾਂ ਦੀ ਸਪੀਡ ਦੇ ਅਕੋਰਡਿੰਗ ਜਿਹੜੀ ਆ ਜਿੰਨੀ ਉਹਨਾਂ ਨੂੰ ਮਾਰਕੀਟ ਦੇ ਵਿੱਚ ਰਿਕੁਆਇਰਡ ਹੈਗੀ ਆ, ਸੋ ਉਸ ਹਿਸਾਬ ਨਾਲ ਵੀਲ ਜਿਹੜਾ ਤਿਆਰ ਕਰ ਦਿੰਦੀ ਆ, ਔਰ ਉਸ ਵੀਲ ਦੇ ਉੱਪਰ ਹੀ ਉਹਦੀ ਸਪੀਡ ਲਿਖੀ ਜਾਂਦੀ ਆ। ਸਪੀਡ ਜਿਹੜੇ ਆ ਮੈਨੂਫੈਕਚਰਰ ਉੱਪਰ ਲਿਖਦਾ ਆ ਜਿਹੜਾ ਵੀਲ ਨੂੰ ਬਣਾਉਂਦਾ ਆ। ਸੋ ਜਿਹੜੀ ਸਪੀਡ ਉਹਦੀ ਆ ਉਹਦੇ ਤੋਂ ਵੱਧ ਤੇ ਕਦੀ ਨਹੀਂ ਚਲਾਉਣਾ ਚਾਹੀਦਾ। ਕਈ ਵਾਰੀ ਕੀ ਕਰਦੇ ਆ ਵਰਕਰ ਜਿਹੜੇ ਆ ਜਾਂ ਜਾ ਕੇ ਉੱਥੇ ਇੰਡਸਟਰੀ 'ਚ ਜਾਂ ਜਿੱਥੇ ਵਰਕਸ਼ਾਪ ਦੇ ਵਿੱਚ ਲੱਗਣਾ ਉੱਥੇ ਸਪੀਡ ਉਹਨੂੰ ਵੱਧ ਤੇ ਚਲਾ ਦਿੰਦੇ ਆ, ਫਿਰ ਉਹ ਖਤਰਨਾਕ ਹੋ ਜਾਂਦੇ ਆ, ਉਹ ਟੁੱਟ ਜਾਂਦੇ ਆ, ਉਹ ਐਕਸੀਡੈਂਟ ਉਹਨਾਂ ਦਾ ਹੋ ਜਾਂਦਾ। ਸੋ ਇਸ ਕਰਕੇ ਜਿਹੜੀ ਆ ਇੱਥੇ ਮੈਂ ਤਾਂ ਇਹ ਜ਼ਰੂਰ ਕਹੂੰਗਾ ਕਿ ਜੋ ਵੀਲ ਦੇ ਉੱਪਰ ਸਪੀਡ ਜਿਹੜੀ ਲਿਖੀ ਹੋਈ ਆ ਤੁਸੀਂ ਉਹਦੇ ਅੰਡਰ ਹੀ ਚਲਾਉਣਾ, ਉਨੀ ਸਪੀਡ ਤੇ ਚਲਾਉਣਾ, ਉਹਦੇ ਤੋਂ ਵੱਧ ਤੇ ਨਹੀਂ ਚਲਾਉਣਾ, ਕਿਉਂਕਿ ਇਹ ਜਿਹੜੇ ਆ ਖਤਰਨਾਕ ਹੁੰਦੇ ਆ। ਸੋ ਅਸੀਂ ਉੱਦਾਂ ਸਪੀਡ ਕਿਵੇਂ ਅਸੀਂ ਇਹਦੀ ਕਰਦੇ ਹੈਗੇ ਆ, ਤਾਂ ਉੱਦਾਂ ਸ਼ਾਰਟ ਵੀਲ ਫਾਰ ਹਾਈ ਸਪੀਡ। ਜਿਹੜਾ ਸੌਫਟ ਵੀਲ ਆ ਉਹ ਹਾਈ ਸਪੀਡ ਲਈ ਅਸੀਂ ਵਰਤੋਂ ਕਰਦੇ ਹਾਂ, ਤੇ ਹਾਰਡ ਵੀਲ ਜਿਹੜਾ ਆ ਉਹ ਸਲੋ ਸਪੀਡ ਲਈ ਕਰਦੇ ਹਾਂ। ਹੁਣ ਤੁਸੀਂ ਕਹੋਗੇ ਜੀ ਕਿ ਕੁਐਸਚਨ ਤੁਹਾਡੇ ਮਨ ਵਿੱਚ ਆ ਸਕਦਾ ਕਿ ਜਿਹੜਾ ਸ਼ਾਰਟ ਵੀਲ ਆ ਉਹਨੂੰ ਅਸੀਂ ਤੇਜ਼ ਚਲਾਈਏ ਤੇ ਜਿਹੜਾ ਹਾਰਡ ਵਾ ਉਹਨੂੰ ਅਸੀਂ ਸਲੋ ਚਲਾਈਏ, ਇਹ ਕਿੱਦਾਂ ਹੋ ਸਕਦਾ ਜੀ? ਨਹੀਂ, ਇਹਦਾ ਵੀ ਇੱਕ ਲੌਜਿਕ ਵਾ, ਇਹਦਾ ਵੀ ਇੱਕ ਕਾਰਨ ਵਾ। ਸੋ ਸੌਫਟ ਵੀਲ ਜਿਹੜਾ ਆ ਉਹ ਜਦੋਂ ਅਸੀਂ ਹਾਈ ਸਪੀਡ ਦੇ ਉੱਪਰ ਚਲਾਵਾਂਗੇ ਤਾਂ ਸਾਡਾ ਜਿਹੜਾ ਆ ਉਹਦਾ ਕੱਟ ਵਾ, ਜਦੋਂ ਅਸੀਂ ਉਹਨੂੰ ਕੋਈ ਚੀਜ਼ ਦੀ ਅਸੀਂ ਗ੍ਰਾਈਂਡਿੰਗ ਕਰਦੇ ਹਾਂ ਜਾਂ ਉਹਨੂੰ ਕੱਟਦੇ ਹਾਂ ਤਾਂ ਉਹ ਕੀ ਹੋਏਗਾ, ਉਹ ਕੱਟ ਜਿਹੜਾ ਆ ਉਹ ਥੋੜਾ ਥੋੜਾ ਲੱਗੇਗਾ ਉਹਦੇ ਉੱਤੇ, ਕਿਉਂਕਿ ਸਪੀਡ ਤੇਜ਼ ਵਾ। ਜਿਵੇਂ ਤੁਸੀਂ ਲੇਥ ਮਸ਼ੀਨ ਤੇ ਜਦੋਂ ਫਿਨਿਸ਼ਿੰਗ ਕਰਨੀ ਹੁੰਦੀ ਆ ਤਾਂ ਕੀ ਕਰਦੇ ਆ, ਉੱਥੇ ਸਪੀਡ ਜਿਹੜੀ ਆ ਉਹ ਤੇਜ਼ ਕਰਦੇ ਆ ਤਾਂ ਕਿ ਉਹਦੇ ਹਿੱਸੇ ਜਿਹੜੀ ਆ ਕਟਿੰਗ ਘੱਟ ਆਵੇ ਤਾਂ ਉਹਦੇ ਨਾਲ ਫਿਨਿਸ਼ਿੰਗ ਆ ਜਾਂਦੀ ਆ। ਜੇ ਅਸੀਂ ਉਹਦੀ ਸਪੀਡ ਸਲੋ ਕਰ ਦੇਵਾਂਗੇ ਤਾਂ ਉਹਦੀ ਫਿਨਿਸ਼ਿੰਗ ਨਹੀਂ ਆਏਗੀ। ਸੋ ਇਸ ਤਰੀਕੇ ਦੇ ਨਾਲ ਕਿਉਂ ਨਹੀਂ ਆਏਗੀ? ਕਿਉਂਕਿ ਉਹ ਕੱਟ ਜਿਹੜੇ ਆ ਉਹ ਮੋਟੇ ਹੋ ਜਾਂਦੇ ਆ। ਸੋ ਇਸ ਕਰਕੇ ਜਿਹੜੇ ਆ ਇਹ ਸੌਫਟ ਵੀਲ ਜਿਹੜੇ ਆ ਉਹਨਾਂ ਨੂੰ ਤੇਜ਼ ਚਲਾਇਆ ਜਾਂਦਾ ਕਿ ਉਹਨਾਂ ਤੇ ਭਾਰੇ ਕੱਟ ਨਾ ਲੱਗਣ। ਉਹ ਕਟਿੰਗ ਜਿਹੜੀ ਆ ਉਹ ਥੋੜੀ ਕਿਉਂਕਿ ਤੇਜ਼ ਵਾ, ਜਦੋਂ ਉਹ ਘੁੰਮਦਾ ਆ ਤਾਂ ਉਹਦੇ ਹਿੱਸੇ ਜਿਹੜੀ ਆ ਉਹ ਥੋੜੀ ਜਿਹੜੀ ਆ ਕਟਿੰਗ ਆਏਗੀ, ਛੋਟੇ ਚਿਪਸ ਜਿਹੜੇ ਉਹ ਆਉਣਗੇ ਤਾਂ ਉਹਨਾਂ ਨੂੰ ਉਹ ਆਰਾਮ ਦੇ ਨਾਲ ਕੱਟ ਦੇਗਾ, ਜਿਹਦੇ ਕਰਕੇ ਜਿਹੜਾ ਸਾਡਾ ਸੌਫਟ ਵੀਲ ਵਾ ਉੱਥੇ ਉਹ ਚੱਲ ਜਾਏਗਾ। ਜੇ ਅਸੀਂ ਸੌਫਟ ਵੀਲ ਨੂੰ ਸਲੋ ਸਪੀਡ ਤੇ ਚਲਾ ਦਿੱਤਾ ਤਾਂ ਜਦੋਂ ਤੁਸੀਂ ਗ੍ਰਾਈਂਡਿੰਗ ਕਰਨ ਲੱਗੇ ਉਹਦੇ ਨਾਲ ਕੀ ਹੋਣਾ ਆ, ਉਹਦੇ ਨਾਲ ਤੁਸੀਂ ਗ੍ਰਾਈਂਡਿੰਗ ਕੀਤੀ, ਤੁਹਾਡਾ ਨਾਲ ਹੱਥ ਲੱਗਾ, ਝਟਕੇ ਵੀ ਦੇ ਸਕਦੇ ਆ, ਤੇ ਨਾਲ ਜਿਹੜੀ ਹੈਗੀ ਆ ਤੁਹਾਨੂੰ ਉੱਥੇ ਕੱਟ ਵੀ ਉਹਦੇ ਮੋਟੇ ਹੋ ਸਕਦੇ, ਤਾਂ ਵੀਲ ਤੁਹਾਡਾ ਜਿਹੜਾ ਟੁੱਟਣ ਦਾ ਚਾਂਸੇਜ ਬਣ ਜਾਣਾ ਆ। ਸੋ ਕਿਉਂਕਿ ਇਸ ਕਰਕੇ ਜਿਹੜਾ ਆ ਉਹ ਅਸੀਂ ਹਾਈ ਸਪੀਡ ਦੇ ਇੱਥੇ ਸੌਫਟ ਤੇ ਯੂਜ਼ ਕਰਦੇ ਹੈਗੇ ਆ। ਤੋ ਹਾਰਡ ਵੀਲ ਜਿਹੜੇ ਆ ਇਸ ਤੋਂ ਪਤਾ ਲੱਗ ਗਿਆ ਤੁਹਾਨੂੰ ਕਿ ਹਾਰਡ ਵੀਲ ਜਿਹੜਾ ਆ ਉਹ ਸਲੋ ਸਪੀਡ ਤੇ, ਕਿਉਂਕਿ ਕੱਟ ਭਾਰੀ ਲੱਗ ਸਕਦਾ, ਝਟਕਾ ਵੀ ਪੈ ਜਾਵੇ ਉੱਤੇ ਥੋੜਾ, ਤਾਂ ਕੋਈ ਗੱਲ ਨਹੀਂ, ਉਹ ਵੀਲ ਜਿਹੜਾ ਆ ਉਹਨੂੰ ਸਹਾਰ ਲਏਗਾ। ਸੋ ਇਸ ਕਰਕੇ ਜਿਹੜੇ ਆ ਇਹ ਵੀਲ ਜਿਹੜੇ ਆ ਅਸੀਂ ਹਾਰਡ ਦੇ ਲਈ ਸਲੋ ਸਪੀਡ ਤੇ ਸੌਫਟ ਦੇ ਲਈ ਹਾਈ ਸਪੀਡ ਦੀ ਜਿਹੜੀ ਉਹ ਵਰਤੋਂ ਕਰਦੇ ਹਾਂ। ਇੱਕ ਮੈਂ ਇੱਥੇ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦਊਂਗਾ। ਜਿਵੇਂ ਤੁਸੀਂ ਲੱਕੜੀ ਨੂੰ ਜਾਂ ਛਿੱਲਦੇ ਦੇਖੇ ਹੋਣੇ ਆ, ਜਿਵੇਂ ਹੱਥ ਦੇ ਨਾਲ ਜਦੋਂ ਛਿੱਲਦੇ ਸੀਗੇ, ਜੇ ਤੁਸੀਂ ਜਦੋਂ ਉਹਨੂੰ ਕਾਰਪੈਂਟਰ ਛਿੱਲਦਾ ਸੀ ਤਾਂ ਜੇ ਉਹ ਹੌਲੀ ਦਾਣੀ ਉੱਤੇ ਉਹਦੀ ਕਟਿੰਗ ਕਰਨ ਦਾ ਸ਼ੁਰੂ ਕਰਦਾ, ਮਾਰਦਾ ਤੇਸੀ ਵਗੈਰਾ ਜੋ ਵੀ ਉਹਨਾਂ ਦੇ ਕੋਲ ਹੁੰਦਾ ਆ ਜਾਂ ਚੀਜ਼ਲ ਦੇ ਨਾਲ, ਜੇ ਉਹ ਹੌਲੀ ਦਾਣੀ ਮਾਰਨਗੇ ਤਾਂ ਉਹਦੇ ਨਾਲ ਕੀ ਹੁੰਦਾ ਆ, ਉਹ ਜਿਹੜਾ ਆ ਉਹ ਕਟਿੰਗ ਨਹੀਂ ਸਹੀ ਹੁੰਦੀ। ਜੇ ਉਹ ਤੇਜ਼ੀ ਨਾਲ ਮਾਰਦੇ ਆ ਤਾਂ ਉਹ ਕਟਿੰਗ ਜਿਹੜੀ ਆ ਉਹ ਸਾਫ਼ ਉਹਦੇ ਤੇ ਹੋ ਜਾਂਦੀ ਆ, ਤਾਂ ਉਹ ਆਰਾਮ ਨਾਲ ਹੋ ਜਾਂਦੀ ਆ, ਉੱਥੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਉਹਦਾ ਲੱਕੜ ਜਿਹੜੀ ਆ ਉਹ ਸਾਫ਼ ਜਿਹੜੀ ਆ ਉੱਪਰੋਂ ਛਿੱਲ ਹੁੰਦੀ ਆ ਤੇ ਉਹਨੂੰ ਕੋਈ ਖਰਾਬੀ ਨਹੀਂ ਪੈਂਦੀ। ਸੋ ਇਸੇ ਕਰਕੇ ਜਿਹੜੇ ਆ ਇਹ ਵੀਲ ਦੀ ਸਪੀਡ ਦੇ ਹਿਸਾਬ ਦੇ ਨਾਲ ਇਹਨੂੰ ਸਿਲੈਕਟ ਕੀਤਾ ਜਾਂਦਾ। ਹੁਣ ਨੈਕਸਟ ਆ ਗਿਆ ਐਬਿਲਿਟੀ ਆਫ ਮਸ਼ੀਨ ਆਪਰੇਟਰ। ਹੁਣ ਇਹ ਹੈਗੀ ਆ ਮਸ਼ੀਨ ਆਪਰੇਟਰ ਜਿਹੜਾ ਉਹਦੀ ਯੋਗਤਾ। ਰਿਕਮੈਂਡ ਤਾਂ ਇਹੀ ਕੀਤੀ ਜਾਂਦੀ ਆ ਕਿ ਅਨਟ੍ਰੇਨਡ ਬੰਦਾ ਨਹੀਂ ਲੱਗਣਾ ਉੱਪਰ। ਜੇ ਤੁਸੀਂ ਕੋਈ ਗ੍ਰਾਈਂਡਿੰਗ ਕਰਨੀ ਆ ਜਾਂ ਤੁਸੀਂ ਜਿਹੜਾ ਹੈਗਾ ਆ ਕੋਈ ਟੂਲ ਨੂੰ ਧਾਰ ਲਾਉਣੀ ਆ, ਜੇ ਤੁਹਾਨੂੰ ਅਜੇ ਤੱਕ ਗ੍ਰਾਈਂਡਿੰਗ ਵੀਲ ਦਾ ਨੌਲੇਜ ਨਹੀਂ ਆ, ਉਹਨੂੰ ਆਪਣੇ ਆਪ ਨਹੀਂ ਲੱਗਣਾ। ਜਾਂ ਕੋਈ ਤੁਹਾਡੇ ਉੱਪਰ ਫੋਰਮੈਨ ਆ ਜਾਂ ਕੋਈ ਸੁਪਰਵਾਈਜ਼ਰ ਆ, ਸੀਨੀਅਰ ਤੁਹਾਡਾ ਹੈ ਜਿਸ ਨੂੰ ਉਸ ਨੌਲੇਜ ਹੈ, ਜਾਂ ਜਿਹੜਾ
ਕਲਾਸ ਦੇ ਵਿੱਚ ਜਾਂ ਵਰਕਸ਼ਾਪ ਦੇ ਵਿੱਚ ਤੁਹਾਡਾ ਇੰਸਟ੍ਰਕਟਰ ਹੈ ਉਹਦੀ ਦੇਖ ਰੇਖ ਦੇ ਵਿੱਚ ਹੀ ਤੁਸੀਂ ਜਿਹੜੀ ਆ ਆਪਣੀ ਸਕਿੱਲ ਨੂੰ ਇੰਪਰੂਵ ਕਰਨਾ ਆ। ਪਹਿਲਾਂ ਟ੍ਰੇਨਡ ਹੋਣਾ, ਫਿਰ ਜਾ ਕੇ ਆਪਣੇ ਆਪ ਚਲਾਉਣਾ, ਕਿਉਂਕਿ ਮੈਂ ਪਹਿਲਾਂ ਹੀ ਦੱਸਿਆ ਇਹ ਖਤਰਨਾਕ ਹੁੰਦੇ ਆ, ਇਹ ਡੇਂਜਰਸ ਹੁੰਦੇ ਆ। ਇਹ ਤੇ ਕਟਿੰਗ ਜਿਹੜੀ ਆ ਅਸੀਂ ਜਾਂ ਇਹਨੂੰ ਚਲਾਉਣਾ ਆ ਉਹ ਤਰੀਕਾ ਬਹੁਤ ਸਹੀ ਹੋਣਾ ਚਾਹੀਦਾ, ਉਹਦੇ ਵਿੱਚ ਸਾਰੀਆਂ ਸੇਫਟੀਆਂ ਲੈਣੀਆਂ ਬਣਦੀਆਂ ਤੇ ਚਲਾਉਣ ਦਾ ਉਹ ਤੇ ਗ੍ਰਾਈਂਡਿੰਗ ਕਰਨ ਦਾ ਜਿਹੜਾ ਆ ਉਹ ਤਰੀਕਾ ਵੀ ਸਹੀ ਹੋਣਾ ਚਾਹੀਦਾ ਆ। ਸੋ ਇਸ ਕਰਕੇ ਆ ਕਿ ਆਪਰੇਟਰ ਜਿਹੜਾ ਆ ਅਨਟ੍ਰੇਨਡ ਉੱਥੇ ਨਾ ਹੀ ਲਾਉਣਾ ਚੰਗਾ ਆ। ਪਰ ਫਿਰ ਵੀ ਕਿਉਂਕਿ ਇਹ ਵੀ ਇੱਕ ਫੈਕਟਰ ਵਾ ਸਿਲੈਕਸ਼ਨ ਆਫ ਵੀਲ, ਤਾਂ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰੂੰਗਾ। ਸੋ ਅਬਿਲਿਟੀ ਆਫ ਮਸ਼ੀਨ ਆਪਰੇਟਰ, ਸੋ ਅਬਿਲਿਟੀ ਯੋਗਤਾ ਦੇ ਹਿਸਾਬ ਦੇ ਨਾਲ ਕੀ ਆ ਕਿ ਜਿਹੜਾ ਅਗਰ ਤੁਹਾਡਾ ਟ੍ਰੇਨਡ ਬੰਦਾ ਆ, ਅਗਰ ਉਹ ਸਕਿਲਡ ਵਰਕਰ ਵਾ, ਤਾਂ ਫਿਰ ਉਹਦੇ ਵਾਸਤੇ ਤੁਹਾਨੂੰ ਸੌਫਟ ਵੀਲ ਚੱਲ ਜਾਏਗਾ। ਸੌਫਟ ਵੀਲ ਕਿਉਂਕਿ ਉਹ ਸੇਫਟੀ ਲੈ ਕੇ ਚਲਾਏਗਾ, ਸਾਰਾ ਕੁਝ ਚੱਲੇਗਾ, ਆਰਾਮ ਨਾਲ ਚਲਾਏਗਾ, ਕਟਿੰਗ ਉਹਦੀ ਸਹੀ ਕਰੇਗਾ। ਸੋ ਉੱਥੇ ਉਹਦੇ ਵਾਸਤੇ ਜਿਹੜਾ ਸੌਫਟ ਗ੍ਰੇਡ ਦਾ ਵੀਲ ਉਹ ਠੀਕ ਰਹੇਗਾ। ਪਰ ਜੇ ਬੰਦਾ ਅਨਟ੍ਰੇਨਡ ਵਾ, ਜੇ ਵਰਕਰ ਅਨਟ੍ਰੇਨਡ ਵਾ, ਤਾਂ ਉਹਦੇ ਵਾਸਤੇ ਜਿਹੜਾ ਆ ਉਹ ਹਾਰਡ ਗ੍ਰੇਡ ਦਾ ਵੀਲ ਹੀ ਯੂਜ਼ ਕਰਨਾ। ਉਹ ਜਿਹੜਾ ਆ ਉਹਨੂੰ ਸੌਫਟ ਵੀਲ ਤੇ ਨਹੀਂ ਲਾਉਣਾ, ਕਿਉਂਕਿ ਜੇ ਅਸੀਂ ਸੌਫਟ ਵੀਲ ਤੇ ਲਾਤਾ ਉਹਦੇ ਕੋ ਗਲਤ ਉਹਨੂੰ ਆਪਰੇਟ ਕਰ ਲਿਆ, ਉਹਦੇ ਕੋ ਝਟਕੇ ਪੈ ਗਏ ਜਾਂ ਕਿਸੇ ਤਰ੍ਹਾਂ ਹੋ ਗਿਆ, ਤਾਂ ਉਹ ਕੀ ਹੋਏਗਾ, ਵੀਲ ਜਿਹੜਾ ਟੁੱਟਣ ਦਾ ਖਤਰਾ ਬਣ ਜਾਏਗਾ, ਜਿਹਦਾ ਐਕਸੀਡੈਂਟ ਹੋ ਜਾਏਗਾ। ਸੋ ਇਸ ਕਰਕੇ ਇਹ ਫੈਕਟਰ ਵੀ ਬੜਾ ਪ੍ਰਭਾਵਿਤ ਕਰਦਾ ਆ। ਫਿਰ ਇੱਕ ਵਾਰੀ ਮੈਂ ਇਹੀ ਕਹੂੰਗਾ ਕਿ ਜਿਹੜਾ ਅਨਟ੍ਰੇਨਡ ਵਾ ਉਹ ਇਹਨੂੰ ਨਾ ਚਲਾਓ। ਉਸ ਆਪਣੇ ਇੰਸਟ੍ਰਕਟਰ ਦੀ, ਆਪਣਾ ਫੋਰਮੈਨ ਜਾਂ ਜੇ ਉਹ ਵੀ ਤੁਹਾਡੇ ਉੱਪਰ ਵਾ ਟ੍ਰੇਨਡ ਆਦਮੀ ਹੈ, ਟ੍ਰੇਨਡ ਹੈ, ਉਸ ਦੇ ਕੋਲੋਂ ਜਿਹੜਾ ਉਹ ਤੁਸੀਂ ਉਹਨੂੰ ਪਹਿਲਾਂ ਚਲਾਉਣਾ ਸਿੱਖੋ, ਫਿਰ ਜਿਹੜਾ ਆ ਇਸ ਨੂੰ ਆਪਰੇਟ ਕਰਨਾ ਆ ਅਸੀਂ। ਸੋ ਇਹ ਤੁਹਾਡੇ ਸੀਗੇ ਫੈਕਟਰ ਸਿਲੈਕਸ਼ਨ ਆਫ ਵੀਲ। ਸੋ ਥੈਂਕ ਯੂ।